ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਪਵਿੱਤਰ ਲੜੀਵਾਰ ਜਪਜੀ ਸਾਹਿਬ ਜੀ ਦੀ ਕਥਾ, ਜੋ ਪਿਛਲੇ ਕਈ ਦਿਨਾਂ ਤੋਂ ਲੈ ਕੇ ਆਪਾਂ ਸਰਵਣ ਕਰ ਰਹੇ ਹਾਂ। ਆਪ ਜੀ ਨੇ 37ਵੀਂ ਪੌੜੀ ਦਾ ਪਾਠ ਸਰਵਣ ਕੀਤਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਿੱਧਾਂ ਦਾ ਵਿਚਾਰ ਚਰਚਾ ਹੋ ਰਹੀ ਹੈ, ਵਿਚਾਰ ਵਟਾਂਦਰਾ ਹੋ ਰਿਹਾ ਹੈ। ਤਾਂ ਸਿੱਧਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਉਹ ਨਿਰੰਕਾਰ ਕਿੱਥੇ ਵਸਦਾ ਹੈ, ਉਸ ਦਾ ਕੋਈ ਨਾ ਕੋਈ ਸਰੂਪ ਤਾਂ ਦੱਸੋ ਸਾਨੂੰ। ਜਿਸ ਤਰ੍ਹਾਂ ਪਿੱਛੇ ਆਪ ਜੀ ਨੇ ਸਰਵਣ ਕੀਤਾ ਸੀ, ਕਰਮ ਖੰਡ ਕੀ ਬਾਣੀ ਜੋਰ। ਜਦੋਂ ਸਾਡੀ ਆਤਮਾ, ਸਾਡੀ ਅਵਸਥਾ ਕਰਮ ਖੰਡ 'ਤੇ ਪਹੁੰਚਦੀ ਹੈ ਤੇ ਉੱਥੇ ਪਰਮੇਸ਼ਰ ਦੀ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਉਸ ਬਖਸ਼ਿਸ਼ ਦਾ ਸਦਕਾ, ਉਸ ਤਾਕਤ ਦਾ ਸਦਕਾ ਨਾਮ ਜਪਣ ਵਾਲਿਆਂ ਦੀ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਹੈ। ਔਰ ਫਿਰ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ, ਅਗਲੀ ਜਿਹੜੀ 7ਵੀਂ ਭੂਮਿਕਾ ਆਪ ਜੀ ਨੇ, ਇਹਨੂੰ ਚੌਥੀ ਭੂਮਿਕਾ ਵੀ ਕਹਿ ਦਿੰਦੇ ਆ। ਜਾਗਤ ਸੁਪਨ ਸੁਖੋਪਤੀ ਤੁਰੀਆ, ਆਤਮ ਭੂਪਤ ਕੀਏ ਪੁਰੀਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੋਰ ਵੀ ਵਿਸਥਾਰ ਨਾਲ ਕਹਿੰਦਿਆਂ ਹੋਇਆਂ ਇਹਨੂੰ 7ਵੀਂ ਭੂਮਿਕਾ ਮੰਨੀ ਹੈ। ਤੋ 7ਵੀਂ ਭੂਮਿਕਾ ਦੇ ਵਿੱਚ ਜਾ ਕੇ ਕੀ ਹੁੰਦਾ ਹੈ, ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਚਾਰ ਖੰਡ ਤੁਸੀਂ ਦੱਸੇ, ਧਰਮ ਖੰਡ, ਗਿਆਨ ਖੰਡ, ਕਰਮ ਖੰਡ, ਸਰਮ ਖੰਡ। ਆਪ ਜੀ ਨੇ ਪੰਜਾਂ ਖੰਡਾਂ ਦੀ ਗੱਲ ਕੀਤੀ ਸੀ, ਉਹ ਪੰਜਵਾਂ ਕਿਹੜਾ ਫਿਰ? ਪਾਤਸ਼ਾਹ ਕਹਿੰਦੇ ਪੰਜਵਾਂ ਸੱਚਖੰਡ। ਮਹਾਰਾਜ ਸੱਚਖੰਡ ਦੀ ਕੀ ਅਵਸਥਾ ਹੈ? ਸੱਚਖੰਡ ਦੇ ਵਿੱਚ ਪਹੁੰਚ ਕੇ ਸਿੱਖ ਦੇ ਅੰਦਰ, ਗੁਰਮੁਖ ਦੇ ਅੰਦਰ ਕੀ ਬਦਲਾਅ ਆਉਂਦਾ ਹੈ, ਇਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ। ਚੌਥੀ ਅਵਸਥਾ, ਜਿੱਥੇ ਹਰੀ ਦੇ ਸੇਵਕ ਪਹੁੰਚ ਕੇ ਹਰੀ ਦਾ ਰੂਪ ਹੋ ਜਾਂਦੇ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ ਦੇ ਮਹਾਵਾਕ ਅਨੁਸਾਰ ਹਰੀ ਦੇ ਪਿਆਰੇ ਹਰੀ ਦਾ ਰੂਪ ਹੋ ਜਾਂਦੇ ਹੈ। ਉਸ ਖੰਡ ਦਾ
ਉਹ ਸੱਚ ਦੇ ਪੜਾਅ ਦਾ ਸਾਨੂੰ ਦੱਸਣਾ ਕਰੋ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧੋ ਸੱਚਖੰਡ ਵਿੱਚ ਪਰਮੇਸ਼ਰ ਦਾ ਵਾਸਾ ਹੈ। ਅਸੀਂ ਗੁਰੂ ਘਰ ਦੇ ਵਿੱਚ ਵੀ ਜੋ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸੁਖਾਸਨ ਦਾ ਅਸਥਾਨ ਤਿਆਰ ਕੀਤਾ ਉਹਨੂੰ ਵੀ ਸੱਚਖੰਡ ਕਹਿੰਦੇ ਹਾਂ, ਕਿਉਂਕਿ ਉੱਥੇ ਸੱਚ ਦੀ ਬਾਣੀ ਬਿਰਾਜਮਾਨ ਹੈ। ਇੱਕ ਉਸ ਨੂੰ ਵੀ ਸੱਚਖੰਡ ਕਹਿੰਦੇ ਹਨ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਮੇਰ ਪਰਬਤ ਦੀ ਯਾਤਰਾ ਕਰਦੇ ਹੋਏ ਗੋਰਖਨਾਥ ਵਰਗਿਆਂ ਤੋਂ ਅੱਗੇ ਧਰੂਹ ਕੋਲ ਪਹੁੰਚੇ ਤੇ ਉਸ ਤੋਂ ਅੱਗੇ ਫਿਰ ਸੱਚਖੰਡ ਗਏ ਔਰ ਪਰਮੇਸ਼ਰ ਨੇ ਪੁੱਛਿਆ, ਨਾਨਕ ਮੈਂ ਤੈਨੂੰ ਜਿਸ ਕੰਮ ਲਈ ਭੇਜਿਆ ਉਹ ਕਿੰਨਾ ਕੀਤਾ? ਕਹਿਣ ਲੱਗੇ, ਮਹਾਰਾਜ ਆਪ ਜੀ ਨੂੰ ਬਹੁਤ ਦੁਨੀਆ ਗਾ ਰਹੀ ਹੈ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ। ਸੋਦਰ ਦੀ ਪੌੜੀ ਗੁਰਬਾਣੀ ਵਿੱਚ ਸੋਦਰ ਦੀ ਪੌੜੀ 3 ਵਾਰੀ ਆਈ ਆ। ਇੱਕ ਵਾਰੀ ਆਸਾ ਰਾਗ ਦੇ ਵਿੱਚ, ਇੱਕ ਵਾਰੀ ਜਪਜੀ ਸਾਹਿਬ ਤੇ ਇੱਕ ਵਾਰੀ ਰਹਿਰਾਸ ਸਾਹਿਬ ਦੇ ਵਿੱਚ। ਤੋ ਦੂਜੀ ਵਾਰ ਜਦ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚਖੰਡ ਗਏ ਸੀ ਉਦੋਂ ਵੀ ਸੋਦਰ ਉਚਾਰਨ ਕੀਤਾ ਸੀ ਉੱਥੇ। ਮਹਾਰਾਜ ਇੰਨੀ ਦੁਨੀਆ ਤੈਨੂੰ ਗਾ ਰਹੀ ਹੈ, ਤੂੰ ਇੰਨੀ ਦੁਨੀਆ ਨੂੰ ਕਿੱਥੇ ਬੈਠ ਕੇ ਸੰਭਾਲਦਾ ਹੈ? ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੰਨੇ ਸੰਸਾਰ ਨੂੰ ਕਿੱਥੇ ਬੈਠ ਕੇ ਸੰਭਾਲਦੇ ਹੋ? ਤਾਂ ਉਹ ਸੱਚਖੰਡ ਜਿੱਥੇ ਪਰਮੇਸ਼ਰ ਦਾ ਵਾਸਾ ਹੈ, ਸੱਚਖੰਡ ਵਸੇ ਨਿਰੰਕਾਰ। ਤੇ ਇੱਕ ਸੱਚਖੰਡ ਨਾਮ ਜਪਣ ਵਾਲੇ ਦੇ ਦਿਮਾਗ ਦੇ ਅੰਦਰ ਵੀ ਪੈਦਾ ਹੁੰਦਾ ਹੈ। ਇੱਕ ਸੱਚਖੰਡ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਜਦੋਂ ਕੋਈ ਸੱਚ ਨਾਲ ਜੁੜਦਾ ਹੈ। ਪਾਤਸ਼ਾਹ ਦਾ ਵਚਨ ਹੈ, ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ। ਸੱਚ ਤੋਂ ਸਾਰੇ ਹੀ ਥੱਲੇ ਹੈ ਤੇ ਸੱਚ ਤੋਂ ਉੱਤੇ ਹੈ। ਸੱਚ ਨੂੰ ਧਾਰਨ ਕਰਨ ਵਾਲੇ, ਸੱਚ ਨੂੰ ਗ੍ਰਹਿਣ ਕਰਨ ਵਾਲੇ। ਇਸ ਕਰਕੇ ਨਾਮ ਜਪਣ ਵਾਲੇ ਦੇ ਅੰਦਰ ਵੀ ਇੱਕ ਸੱਚਖੰਡ ਪ੍ਰਗਟ ਹੁੰਦਾ ਹੈ। ਕਿਉਂਕਿ ਭਗਤ ਪੀਪਾ ਜੀ ਦਾ ਬਚਨ ਇਸ ਗੱਲ ਨੂੰ ਕਲੀਅਰ ਕਰਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜਿੰਨਾ ਕੁਝ ਬ੍ਰਹਮੰਡ ਵਿੱਚ ਹੈ, ਬਾਹਰ ਹੈ, ਓਨਾ ਹੀ ਹਰ ਮਨੁੱਖ ਦੇ ਅੰਦਰ ਵੀ ਹੈ। ਜਿਹੜਾ ਇਸ ਦੀ ਖੋਜ ਕਰਨੀ ਚਾਹੇ ਉਹ ਆਪਣੇ ਅੰਦਰੋਂ ਪ੍ਰਾਪਤ ਕਰ ਸਕਦਾ ਹੈ। ਇਸ ਕਰਕੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਸੱਚ ਦੇ ਖੰਡ ਵਿੱਚ ਜਿੱਥੇ ਭੇਦ ਭਾਵ ਤੋਂ ਰਹਿਤ ਅਖੰਡ ਸਰੂਪ ਨਿਰੰਕਾਰ ਵਸਦਾ ਹੈ, ਉਹ ਗੁਰਮੁਖਾਂ ਨਾਮ ਅਭਿਆਸੀਆਂ ਦੇ ਅੰਦਰ ਵੀ ਪ੍ਰਗਟ ਹੋ ਜਾਂਦਾ ਹੈ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਦੀ ਅਵਸਥਾ ਹੈ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸੱਚਖੰਡ ਦੀ ਵਾਰਤਾ ਦੱਸਦੇ ਹੋਏ ਸਿੱਧਾਂ ਨੂੰ ਕਹਿੰਦੇ, ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਉਹ ਹਿੱਸਾ ਜਿਸ ਵਿੱਚ ਭਗਤ ਜਨ ਵਸਦੇ ਹਨ, ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ। ਉੱਥੇ ਭਗਤ ਵਸਦੇ ਹੈ ਤੇ ਉਹਨਾਂ ਦਾ ਆਧਾਰ ਭੋਜਨ ਕੇਵਲ ਤੇ ਕੇਵਲ ਹਰੀ ਦਾ ਸਿਫਤ ਹੁੰਦੀ ਹੈ, ਜਸ ਹੁੰਦਾ ਹੈ। ਉਹ ਫਿਰ ਪ੍ਰਸ਼ਾਦੇ ਵੱਲ ਧਿਆਨ ਨਹੀਂ ਦਿੰਦੇ। ਭਾਵ ਉਹਨਾਂ ਦੀਆਂ ਸਾਰੀਆਂ ਭੁੱਖਾਂ ਨਾਮ ਨਾਲ ਹੀ ਪੂਰੀਆਂ ਹੋ ਜਾਂਦੀਆਂ, ਹੋਰ ਭੁੱਖ ਹੀ ਨਹੀਂ ਲੱਗਦੀ ਉਹਨਾਂ ਨੂੰ। ਹਰੀ ਦਾ ਨਾਮ ਉਹਨਾਂ ਦਾ ਆਧਾਰ ਬਣ ਜਾਂਦਾ ਹੈ, ਆਸਰਾ ਬਣ ਜਾਂਦਾ ਹੈ, ਓਟ ਬਣ ਜਾਂਦਾ ਹੈ।
ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਇਹ ਜੀਵ ਗੁਰਮੁਖ ਨਾਮ ਜਪਣ ਵਾਲਾ ਭਗਤ ਜਨ ਸੱਚ ਦੇ ਉਸ ਹਿੱਸੇ ਵਿੱਚ ਪਹੁੰਚਦਾ ਹੈ ਤੇ ਸੰਸਾਰ ਦੀਆਂ ਸਾਰੀਆਂ ਜਿਹੜੀਆਂ ਆਸ਼ਾ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ, ਨਿਰੰਕਾਰ ਵਿੱਚ ਲੀਨ ਹੋ ਜਾਂਦੇ ਹੈ। ਤੇ ਫਿਰ ਕੀ ਹੁੰਦਾ ਹੈ? ਕਰ ਕਰ ਵੇਖੈ ਨਜ਼ਰ ਨਿਹਾਲ, ਜਦੋਂ ਪ੍ਰਭੂ ਦੀ ਦਇਆ ਦ੍ਰਿਸ਼ਟੀ ਉਹਨਾਂ ਤੇ ਪੈਂਦੀ ਹੈ, ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਤਾਂ ਉਹ ਉਸ ਦੇ ਸਰਗੁਣ ਸਰੂਪ ਨੂੰ ਸਾਖਿਅਤ ਕਰਕੇ ਵੀ ਵੇਖ ਲੈਂਦੇ ਹਨ। ਭਾਵ ਉਹਨਾਂ ਨੂੰ ਪਰਮੇਸ਼ਰ ਸਾਖਿਅਤ ਰੂਪ ਵਿੱਚ ਹੀ ਦਰਸ਼ਨ ਦੇਣ ਲੱਗ ਜਾਂਦਾ ਹੈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੇ ਨਾਲ ਕਈ ਵਾਰੀ ਐਸੀ ਘਟਨਾ ਘਟੀ, ਤਾਂ ਉਹਨਾਂ ਨੂੰ ਹਰ ਥਾਂ 'ਤੇ ਹੀ ਪਰਮੇਸ਼ਰ ਜਿਹੜਾ ਉਹ ਦਿਖਾਈ ਦੇਣ ਲੱਗਿਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਅੱਗੇ, ਕਰ ਕਰ ਵੇਖੈ ਨਜ਼ਰ ਨਿਹਾਲ, ਉਹਨਾਂ 'ਤੇ ਪਰਮੇਸ਼ਰ ਕਿਰਪਾ ਕਰਦਾ, ਨਿਰਗੁਣ ਸਰੂਪ ਉਸ ਨੂੰ ਗਿਆਨ ਦ੍ਰਿਸ਼ਟੀ ਨਾਲ ਜਾਣ ਲੈਂਦੇ ਹੈ ਤੇ ਸਰਗੁਣ ਸਰੂਪ ਨੂੰ ਸਾਖਿਅਤ ਵੇਖ ਲੈਂਦੇ ਹਨ। ਉਸ ਅਵਸਥਾ ਵਿੱਚ ਪ੍ਰਭੂ ਜਦੋਂ ਭਗਤ ਜਨਾਂ ਉੱਤੇ ਨਜ਼ਰ ਕਰਦਾ ਹੈ ਤਾਂ ਨਿਹਾਲ ਭਾਵ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ। ਕਰ ਕਰ ਵੇਖੈ ਨਜ਼ਰ ਨਿਹਾਲ, ਦੁੱਖਾਂ ਦਾ ਖਾਤਮਾ ਕਰ ਦਿੰਦਾ ਹੈ। ਭਗਤ ਜਨ ਨਿਹਾਲ ਹੋ ਜਾਂਦੇ ਹਨ ਅਤੇ ਹੋਰਨਾਂ ਨੂੰ ਵੀ ਨਿਹਾਲ ਕਰਨ ਵਾਲੇ ਕਰ ਦਿੰਦਾ ਹੈ। ਜਿਸ ਤਰ੍ਹਾਂ ਇੱਕ ਪਾਰਸ ਦੀ ਵੱਟੀ ਹੈ, ਉਹਦੇ ਨਾਲ ਕੋਈ ਧਾਤੂ ਲੱਗ ਜਾਵੇ ਤਾਂ ਉਸ ਨੂੰ ਸੋਨਾ ਬਣਾ ਦਿੰਦੀ ਹੈ, ਪਰ ਪਾਰਸ ਨਹੀਂ ਬਣਾ ਸਕਦੀ। ਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਿੱਖ ਨੂੰ ਆਪ ਦਾ ਰੂਪ ਹੀ ਬਣਾ ਦਿੰਦਾ ਹੈ। ਜੇ ਗੁਰੂ ਪਾਰਸ ਹੈ ਤੇ ਸਿੱਖ ਨੂੰ ਵੀ ਪਾਰਸ ਕਰ ਦਿੰਦਾ ਹੈ। ਜਿਸ ਤਰ੍ਹਾਂ ਭਾਈ ਮੰਝ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰ। ਜਿੱਥੇ ਗੁਰੂ ਆਪ ਤਾਰਦੇ ਸੀ, ਭਾਈ ਮੰਝ ਦੇ ਵਿੱਚ ਵੀ ਉਹ ਬਖਸ਼ਿਸ਼ ਰੱਖ ਦਿੱਤੀ, ਉਹ ਕਿਰਪਾ ਰੱਖ ਦਿੱਤੀ ਕਿ ਤੂੰ ਹੁਣ ਹੋਰਾਂ ਨੂੰ ਵੀ ਤਾਰਨ ਦੇ ਲਾਇਕ ਹੋ ਗਏ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁ ਖੋਜਲੇ ਹੋਰ ਕੀਤੀ ਛੁੱਟੀ ਨਾਲ। ਇਸ ਤਰ੍ਹਾਂ ਹਰ ਕਾ ਸੇਵਕ ਸੋ ਹਰ ਜਿਹਾ ਹੋ ਜਾਂਦਾ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜੀ ਇਹ ਫੈਲੀ ਹੋਈ ਸ੍ਰਿਸ਼ਟੀ ਹੈ, ਉਹ ਸਾਰੀ ਸ੍ਰਿਸ਼ਟੀ ਗੁਰਮੁਖਾਂ ਦੇ ਹੱਥ ਉੱਤੇ ਇਉਂ ਆ ਜਾਂਦੀ ਹੈ ਜਿਵੇਂ ਔਲਾ ਰੱਖਿਆ ਹੋਵੇ, ਉਹਨਾਂ ਦੇ ਨੇੜੇ ਆ ਜਾਂਦੀ ਆ। ਤਿੱਥੈ ਖੰਡ ਮੰਡਲ ਵਰ ਭੰਡ, ਇਹ ਸਾਰੀ ਸ੍ਰਿਸ਼ਟੀ ਖੰਡ ਮੰਡਲ ਔਰ ਵਰ ਭੰਡ, ਵਰ ਭੰਡ ਭਾਵ ਬ੍ਰਹਮੰਡਾਂ ਦੇ ਬੇਅੰਤ ਭਜਨ ਕਰਨ ਵਾਲੇ ਭਗਤ ਜਨ। ਵਰ ਤੇ ਭੰਡ ਦਾ ਮਤਲਬ ਹੈ ਨਰ ਤੇ ਮਾਦਾ, ਭਾਵ ਜੀਵ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ, ਉਹਨਾਂ ਸਾਰਿਆਂ ਨੂੰ ਨਾਮ ਜਪਣ ਵਾਲੇ ਆਪਣੇ ਕੋਲ ਵੀ ਦੇਖ ਸਕਦੇ ਆ। ਭਾਵ ਜਿੱਥੇ ਸੰਸਾਰੀ ਮਨੁੱਖ ਜਾਂ ਸਾਇੰਸ ਜਿਹੜੀ ਹੈ ਜਾ ਕੇ ਦੇਖਦੀ ਹੈ ਕਿਸੇ ਨੂੰ, ਸਾਇੰਸ ਖੋਜ ਕਰਦੀ ਹੈ ਤਾਂ ਜਾ ਕੇ ਕਰਦੀ ਹੈ ਉੱਥੇ ਜਿੱਥੇ ਵੀ ਕਰਨੀ ਹੈ। ਸਮੁੰਦਰ ਖੋਜੇ, ਧਰਤੀ ਖੋਜੀ, ਮੰਗਲ ਗ੍ਰਹਿ ਵੱਲ ਨੂੰ ਦੇਖਣਾ ਸ਼ੁਰੂ ਕੀਤਾ ਹੈ, ਦੂਜੀਆਂ ਧਰਤੀਆਂ ਨੂੰ ਖੋਜਣਾ ਸ਼ੁਰੂ ਕੀਤਾ, ਪਰ ਧੰਨ ਗੁਰੂ ਨਾਨਕ ਦੇਵ ਜੀ ਘਰੇ ਬੈਠੇ ਹੀ ਕਹਿ ਰਹੇ ਨੇ ਧਰਤੀ ਹੋਰ ਪਰੈ ਹੋਰ ਹੋਰ ਦੇਖ ਵੀ ਰਹੇ ਹੈ। ਪਾਤਾਲਾ ਪਾਤਾਲ, ਲੱਖ ਆਗਾਸਾਂ ਆਗਾਸ,
ओढ़ के भाल थके वेद कहन इक बात। संसार सैंसदान दुनिया की सैंस लभ लभ के थक जूगी पर मुकने नहीं। बाबा नानक अपने अंदरों वेख के ही दस रहे है। भाव जिमें किसी दे कोल जमीन का नक्शा होवे, पटवारी कोल नक्शा हुंदा है ना, जमीन तो खेतों दे विच है पर पटवारी अपने दफ्तर विच बैठ के वो नक्शा वेख के भी दस दिंदा कि आह जिहड़ा खिता इत्थे इन्ने नंबर है। सो इस करके जिहड़े नाम जपण वाले है साइंस जाके खोजदी है, नाम जपण वाले घरे बैठे खोज लेंदे, उन्हें किते जाण दी लोड़ नहीं। फिर वो दसदे है तिथै खंड मंडवर भंड किन्ने क जीव है जे को कथै ता अंत न अंत। जेकर कोई मनुख उन्हां दे गुणां नूं कथन करना शुरू करे, भाव ब्रह्म ज्ञानी की गति नूं जे कोई जानना चाहे कहना कहे ते कह नहीं सकदा। ब्रह्म ज्ञानी की गत ब्रह्म ज्ञानी जाने। उन्हां नाम जपण वालियां दा कोई अंत नहीं पा सकदा। उन्हां दी अवस्था वाले ब्रह्म बेतियां बारे जे कोई कहना चाहे ते कह नहीं सकदा। जे को कथै ता अंत न अंत। कोई ज्ञानवान शक्ति विरती करके उस रूप का कथन करे ते अंत नहीं पा सकदा। अखीर नेत 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 नित नवा ही कहना पवेगा। तिथै लो लो आकार। उस चौथी अवस्था तुरीया अवस्था विच पहुँच के उन्हां गुरमुखां नूं ये चानण हो जाता है, ज्ञान हो जाता है कि उन्होंने हर थां ते ओह प्रकाश दिखाई दिंदा है। जिस तरह धन धन श्री गुरु नानक देव जी महाराज ध्रुव दे कोल पहुँचे ते भाई मरदाना पुछदा महाराज सूरज चंद्रमा तारे दिखाई नहीं दिंदे आपां नूं। पातशाह कहंदे वो थल्ले रह गए, आपां उन्हां तो उपर आ गए हाँ। ते महाराज फिर ये प्रकाश काहदा है? कहंदे ये प्रकाश है ध्रुव भगत दी भगती दा। कहंदे उत्थे प्रकाश ही प्रकाश है ते उस हिस्से विच पहुँच के जिहड़े शरीर है वो भी प्रकाश दे ही बन जाते हैं। तिथै लो लो आकार। वो स्वरूप हड्ड चमदे नहीं हुंदे, वो भी प्रकाश दे बन जाते आ। उत्थे साडे शरीर दे विच तीन देहां मन्नियां गईयां, एक अस्थूल, एक सूखम ते एक कारण। उत्थे ਜਿਹੜੀਆਂ ਇਹ ਤਿੰਨਾਂ ਤੋਂ ही रहत प्रकाश स्वरूप हुंदा है। प्रकाश ही प्रकाश हुंदा है। सारियां धरतियां उन्हां गुरमुखां दे सामने आ जांदियां जिवें कोई हੱਥ ਦੀ तली ਦੇ ਉੱਤੇ ਔਲੇ ਨੂੰ ਰੱਖ ਕੇ ਦੇਖੇ। ਕਹਿੰਦੇ फिर होर की हुंदा है उत्थे महाराज? कहते उत्थे फिर उन्हां दे अंदर ही हुक्म आउंदा है, उन्हां दा कनैक्ट परमेश्वर नाल हो जांदा है। भाव अनुभव, अनुभव दे विचों ही सब कुछ जो करते हैं, देखते हैं, सुनते हैं ते कारज करते हैं। जिवें उन्हां नूं अनुभव हुंदा फिर उवें चलदे न। जिव जिव हुक्म तिवै तिवकार। उस परमेश्वर का हुक्म जिहड़ा है उन्हां दे अंदर भी आउंदा है। वो दस भी दिंदे है पहलां कि ऐदां होण वाला है, परमेश्वर का ये हुक्म वरतन वाला है। जिहड़े सच नाल जुड़ जाते हैं वो भी सचखंड दे वासी हो जाते हैं। वो सचखंड ते प्रभु दे बूहे ते खड़े हुए पीर पैगंबर अवतार उन्हां नूं प्रभु हुक्म दिंदा है, जिव जिव हुक्म तिवै तिवकार। फिर उस हुक्म नूं सुन के उवें चलदे हन
ਤੇ ਉਵੇਂ ਕਾਰ ਭਾਵ ਕੰਮ ਕਰਦੇ ਹਨ। ਹੁਕਮ ਦੇ ਭੇਜੇ ਸੰਸਾਰ 'ਚ ਆਉਂਦੇ ਹੈ ਅਤੇ ਹੁਕਮ ਦੇ ਅੰਦਰ ਹੀ ਕੰਮ ਕਰਦੇ ਹੋਏ ਵਾਪਸ ਉਹਦੇ ਵਿੱਚ ਮਿਲ ਜਾਂਦੇ ਹੈ। ਅਸੀਂ ਮੋਹ ਮਮਤਾ ਵਿੱਚ ਫਸੇ ਹੋਏ ਹਾਂ। ਸੰਸਾਰੀ ਲੋਕ ਤਿੰਨਾਂ ਗੁਣਾਂ 'ਚ ਫਸੇ ਹੋਏ ਹਾਂ। ਪਰ ਇਹ ਜਿਹੜੇ ਆ ਚੌਥੇ ਗੁਣ ਵਾਲੇ, ਤੁਰੀਆ ਪਦ ਵਾਲੇ, ਸੱਤਵੀਂ ਭੂਮਿਕਾ ਵਾਲੇ, ਪੰਜਵੇਂ ਸੱਚਖੰਡ ਵਾਲੇ, ਇਹ ਇਦੋਂ ਪਰੇ ਹੁੰਦੇ ਆ। ਉਹਨਾਂ ਨੂੰ ਕਿਸੇ ਨਾਲ ਮੋਹ ਮਮਤਾ ਨਹੀਂ ਹੁੰਦਾ, ਨਾ ਸਰੀਰ ਰੱਖਣ ਦੀ ਲੋੜ ਸਮਝਦੇ ਹੈ, ਨਾ ਧੀਆਂ ਪੁੱਤਰਾਂ ਦਾ ਮੋਹ ਉਹਨਾਂ ਦੇ ਅੰਦਰ ਪੈਂਦਾ। ਜਿਵੇਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਮਾਤ ਲੋਕ ਦੇ ਵਿੱਚ ਆ ਕੇ ਪਰਮੇਸ਼ਰ ਦਾ ਹੁਕਮ ਬਜਾਇਆ ਵੀ ਤੇ ਦੱਸਿਆ ਵੀ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਝ ਕੋ ਪਰਮੇਸ਼ਰ ਉਚਰੈ, ਤੇ ਨਰ ਨਰਕ ਕੁੰਡ ਮੈਂ ਪਰ ਹੈ। ਜਿਹੜਾ ਮੈਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਨੂੰ ਜਾਵੇਗਾ। ਮੈਂ ਉਸ ਦਾ ਭੇਜਿਆ ਹੋਇਆ ਇੱਕ ਸੇਵਕ ਹਾਂ, ਦਾਸ ਹਾਂ। ਭਾਵੇਂ ਕਿ ਖੁਦ ਵੀ ਉਹ ਪਰਮੇਸ਼ਰ ਨਾਲ ਇੱਕਮਿਕ ਹਨ, ਸਭ ਜਾਣਦੇ ਹੈ। ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ 40 ਕੁ ਸਾਲਾਂ ਦੇ ਆਸੇ ਪਾਸੇ ਹੀ ਉਹਨਾਂ ਨੇ ਇਤਨੇ ਕਾਰਜ ਕਰ ਦਿੱਤੇ, ਇਤਨੀ ਤੇਜ਼ੀ ਦੇ ਨਾਲ ਮਨੁੱਖਾ ਸਰੀਰ ਵਿੱਚ ਆ ਕੇ। ਕੋਈ ਹੋਰ ਮਨੁੱਖ ਇਹੋ ਜਿਹੇ ਇੰਨੇ ਕਾਰਜ ਕਈ ਜਨਮਾਂ ਵਿੱਚ ਵੀ ਨਹੀਂ ਕਰ ਸਕਦਾ ਜਿੰਨੇ ਉਹਨਾਂ ਨੇ ਕੀਤੇ, ਬੜੀ ਤੇਜ਼ੀ ਦੇ ਨਾਲ। ਖੈਰ, ਉਹ ਸੱਚਖੰਡ ਦੇ ਦਰ ਦੇ ਉੱਤੇ ਬੇਅੰਤ ਪੀਰ ਪੈਗੰਬਰ ਯੋਧੇ ਹੱਥ ਬੰਨ੍ਹੀ ਖੜੇ ਆ, ਸਾਨੂੰ ਸੇਵਾ ਦੱਸੋ ਜੀ ਕੋਈ। ਜਿਸ ਵੇਲੇ ਅਕਾਲ ਪੁਰਖ ਨੇ ਮਾਤਲੋਕ ਦੇ ਵਿੱਚ, ਸੰਸਾਰ ਦੇ ਵਿੱਚ ਔਰੰਗਜ਼ੇਬ ਦਾ ਜ਼ੁਲਮ ਹੁੰਦਾ ਦੇਖਿਆ, ਔਰ ਇਸ ਜ਼ੁਲਮ ਨੂੰ ਰੋਕਣ ਦੇ ਲਈ ਉਹਨਾਂ ਨੇ ਕਿਸੇ ਅਵਤਾਰ ਨੂੰ ਭੇਜਣ ਦੀ ਸਲਾਹ ਕੀਤੀ, ਤਾਂ ਉਹਨਾਂ ਦਾ ਧਿਆਨ ਜਿਹੜਾ ਹੈ ਆਪਣੇ ਦਰ 'ਤੇ ਖੜੇ ਪੀਰਾਂ ਪੈਗੰਬਰਾਂ 'ਤੇ ਗਿਆ ਵੀ ਇਹਨਾਂ 'ਚੋਂ ਕਿਹਨੂੰ ਭੇਜੀਏ। ਤਾਂ ਉਸ ਵੇਲੇ ਫਿਰ ਉਹਨਾਂ ਦੀ ਦ੍ਰਿਸ਼ਟੀ ਕਿਸੇ 'ਤੇ ਨਹੀਂ ਖੜੀ, ਕੋਈ ਵੀ ਕਾਬਲ ਨਹੀਂ ਲੱਗਿਆ। ਤਾਂ ਉਹਨਾਂ ਦਾ ਧਿਆਨ ਮਾਤ ਲੋਕ ਹੇਮਕੁੰਡ ਦੀ ਪਹਾੜੀ 'ਤੇ ਤਪੱਸਿਆ ਕਰ ਰਹੇ ਦੁਸ਼ਟ ਦਮਨ 'ਤੇ ਗਿਆ। ਬਈ ਦੁਸ਼ਟ ਦਮਨ ਹੀ ਇਹ ਕੰਮ ਕਰ ਸਕਦਾ ਹੈ। ਫਿਰ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਾਰੀ ਗੱਲ ਸਮਝਾ ਕੇ ਮਾਤਲੋਕ ਵਿੱਚ ਭੇਜਿਆ, ਜਿਸ ਨੂੰ ਬਚਿੱਤਰ ਨਾਟਕ ਬਾਣੀ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਆਪ ਨੋਟ ਵੀ ਕੀਤਾ। ਕੀ ਲਿਖਦੇ ਹੈ? हेमकुंट पर्वत है जहाँ सप्त श्रृंग शोभत है तहाँ, तै हम अधिक तपस्या साधी महाकाल काल का आराधी। जिथे ठंड का पहाड़ है, बर्फ के पहाड़ हैं हेमकुंड, मैं उत्थे बैठ के तपस्या कर रहा सी। गुरु प्यारो सच जानियो, जो ब्रह्मंडे सोई पिंडे। मैं इत्थे होर गल भी क्लीयर करा, जदों कोई नाम जपदा अपने 10वें द्वार में जांदा, उत्थे भी बहुत ठंड ते शांति है। चलो खैर, कहंदे मैं उत्थे बैठ के तपस्या कर रहा सी। करत तपस्या जब हम भयो दवैते एक रूप होए गए हो। मैं तपस्या करदा करदा उस परमेश्वर नाल एकमिक हो गया। चेतना भयो हमरो आवन कै, चुभी रही सुरत प्रभ चरणन मह। ते मेरा उस अवस्था नूं छड्डण नूं जी नहीं सी करदा।
पर जिव जिव हुक्म तिवै तिव कार। मैनू हुक्म होया कि दुष्ट दमन तैनू ही जाना पैना। चेतना भयो हमरो आवन कै चुभी रही सुरत प्रभ चरणन मह। जिम तिम कह के प्रभ मोह समझायो, इम कह के एह लोक पठायो। जाए जहाँ तै धर्म बिथारो, दुष्ट दोखियन पकड़ पछारो। मैनू कहा पुत्र तैनू ही जाना पैना। संसार दे विच बड़ा जुलम वध गया है, इनू तू ही ठल पा सकदा है। मेरा जी तां नहीं सी करदा आउण नूं, पर जिहदे नाल प्यार होवे उहदी गल भी मननी पैंदी आ। फिर सानू कहंदे आ, पहला आपदी दसदे आ वार्ता, फिर सानू कहंदे आ। समझ लिहो साधु सब मनमंग, याही काज धरहम जन्मंग। धर्म चलावन शांति उभारन, दुष्ट सबन को मूल उपाड़न। मैं धर्म नूं चलाउण लई, दुष्टां दीआं जड़ां पट्टण लई, और धर्म नूं ते संतां नूं उच्चे चुक्कण लई आया दुनिया विच। मेरा यही काम है। सो इस तरह इहो जे पता नहीं किन्ने अवतार पीर पैगंबर दसवें पातशाह अपनी बाणी च लिखते हैं। उस दर दे उत्ते बहुत सारे पीर पैगंबर अवतार जिहड़े हन वो हथ बन्नी खड़े आ, महाराज कोई सेवा बख्शो। पर परमेश्वर जिस ते अपनी कृपा करदा है, जिव जिव हुक्म तिवै तिव कार। हुक्म दे के उन्हां दीआं ड्यूटियां लाउंदा है। धन धन श्री गुरु नानक देव जी महाराज सिद्धां दे नाल विचार करदे होए कह रहे हन, जिव जिव हुक्म तिवै तिव कार। जो जो हुक्म भयो साहिब का, सो माथै लै मानियो। हुक्मी बंदा होए कै साहिब दे हुक्मे विच रहना। भाई गुरदास जी भी कहते अपने बचनां च। तो सचखंड की गल कर रहे हैं। वो सचखंड किते आकाशी लोक विच भी होना है। वो सचखंड है, सृष्टि भी उसे दा सचखंड है। धरती दे वे कई खंड हैं, अठी पहरी 8 खंड, 9वां खंड शरीर। इस विच 9 निध नाम एक, भालै गुणी गहीर। ये धरती 8 खंड है। वैसे 9 खंड धरती मन्नी गई है ना, तो 9वां खंड साडा शरीर है। जे शरीर ना होवे तो 8 खंड धरती नूं भी कौन जानदा। इस करके इस 8 खंड धरती ते 9वां खंड साडा शरीर है, जिहदे राही असीं इस धरती नूं जान सकदे हां। सो खैर सचखंड दे विच पहुंचे होए ओ रब दे प्यारे जदों ओहदे नाल इकमिक हो जांदे आ, फिर ओहदे हुक्म अंदर चलदे है। फिर उसदे किसी भी कारज नूं इह नहीं कहंदे भी इह क्यों कीता, आए क्यों हो गया, कोई वो नहीं कहते। ਉਹਦੇ ਨਾਲ ਇਕਮਿਕ ਹੋਏ ਕਹਿੰਦੇ ਸਤ ਬਚਨ ਤੇਰਾ ਭਾਣਾ ਮੀਠਾ ਲੱਗਾ, ਇਦਾਂ ਹੀ ਹੋਣਾ ਸੀ, ਇਹ ਹੋਣਾ ਹੀ ਸੀ। 10ਵੇਂ ਪਾਤਸ਼ਾਹ ਜੀ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦੇ ਵੇਖ ਕੇ ਜਕਾਰੇ ਛੱਡਦੇ ਆ, ਜੰਗ ਕਰਦਿਆਂ ਨੂੰ ਵੇਖ ਕੇ। जब शहीद हो जाते हैं तो परमेश्वर नूं बेनती करते हैं, तुहाडी दात प्राप्त हुई सी, तुहाडे कोल आ गई है, प्रवान करियो। संसार दे विच राजे दशरथ दे पुत्र विछड़न लगे केवल 14 सालां वास्ते। ते गुरु प्यारिओ बिल्डिंग तो छाल मार के राजा दशरथ मर गया, पर धन गुरु गोबिंद सिंह जी अपने पुत्रां नूं आप तैयार करके जंग विच भेजदे आ, जाओ पुत्र
ਤੁਸੀਂ ਵੀ ਜੰਗ ਦੇ ਜੌਹਰ ਦਿਖਾਓ ਤੇ ਦਿਸਦਾ ਹੈ ਕਿ ਉੱਥੇ ਜਾ ਕੇ ਮੁੜ ਕੇ ਨਹੀਂ ਆਉਣ ਵਾਲੇ। ਪਰ ਫਿਰ ਵੀ ਇਹ ਉਹਨਾਂ ਦੀ ਗੱਲ ਹੈ ਜਿਹੜੇ ਉਹਦੇ ਹੁਕਮ ਵਿੱਚ ਬੱਝੇ ਹੁੰਦੇ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਕਰ ਵੇਖੈ ਵਿਗਸੈ ਕਰ ਵਿਚਾਰ। ਪ੍ਰਭੂ ਨੂੰ ਪ੍ਰਤੱਖ ਵੇਖ ਲੈਂਦੇ ਐ, ਪ੍ਰਭੂ ਦੇ ਬਚਨਾਂ ਤੇ ਵਿਚਾਰ ਕਰਦੇ ਐ ਤੇ ਖੁਸ਼ ਹੁੰਦੇ ਐ, ਪ੍ਰਭੂ ਠੀਕ ਕਰ ਰਿਹਾ ਹੈ। ਜਿਸ ਤਰ੍ਹਾਂ ਨਾਮਦੇਵ ਜੀ ਦੀ ਅਵਸਥਾ ਆਈ, ਘਰ ਨੂੰ ਅੱਗ ਲੱਗ ਗਈ, ਆਂਢੀਆਂ ਗੁਆਂਢੀਆਂ ਨੇ ਭੱਜ ਕੇ ਉਹਦੇ ਘਰ ਦਾ ਕੁਝ ਸਮਾਨ ਬਚਾਇਆ, ਬਾਹਰ ਕੱਢਿਆ। ਨਾਮਦੇਵ ਜੀ ਕਿਸੇ ਮੰਦਰ ਵਿੱਚ ਬੈਠੇ ਸੀ, ਉੱਥੋਂ ਬੁਲਾ ਕੇ ਲਿਆਂਦੇ ਤੇ ਆਉਣ ਸਾਰ ਉਹਨਾਂ ਨੇ ਕੀ ਕੀਤਾ, ਬਚਾਇਆ ਹੋਇਆ ਸਮਾਨ ਅੱਗ ਵਿੱਚ ਸਿੱਟਣ ਲੱਗੇ। ਮਾਲਕਾ, ਜੇ ਘਰ ਵੀ ਤੂੰ ਸੰਭਾਲਿਆ ਤੇ ਸਮਾਨ ਵੀ ਤੂੰ ਹੀ ਸੰਭਾਲ, ਹੁਣ ਮੈਂ ਸਮਾਨ ਕਿੱਥੇ ਰੱਖੂੰਗਾ। ਗੁਆਂਢੀ ਰੋਕ ਰਹੇ ਨੇ, ਭਗਤ ਜੀ ਚੱਕ ਕੇ ਅੱਗ ਦੇ ਵਿੱਚ ਸਿੱਟ ਰਹੇ ਨੇ। ਚਲੋ ਖੈਰ ਰੋਕਤਾ, ਅੱਗ ਬੁਝ ਗਈ। ਭਗਤ ਜੀ ਫੇਰ ਭਗਤੀ ਵਿੱਚ ਲੀਨ ਹੋ ਗਏ। ਰਾਤ ਬਤੀਤ ਹੋ ਗਈ ਬੱਚਿਆਂ ਦੀ, ਬਾਹਰ ਬੈਠਿਆਂ, ਪਰ ਦੂਜਾ ਦਿਨ ਚੜਿਆ ਤਾਂ ਉੱਥੇ ਸੁੰਦਰ ਝੌਂਪੜੀ, ਸੁੰਦਰ ਘਰ ਬਣਿਆ ਹੋਇਆ ਹੈ। ਗੁਆਂਢੀ ਹੈਰਾਨ ਹੋਏ ਵੀ ਯਾਰ ਕੱਲ ਤਾਂ ਘਰ ਨੂੰ ਅੱਗ ਲੱਗ ਗਈ ਸੀ, ਮੱਚ ਗਿਆ ਸੀ ਸਾਰਾ, ਇਹ ਰਾਤੇ ਰਾਤ ਕਿਵੇਂ ਬਣ ਗਿਆ। ਉਸ ਵੇਲੇ ਦੀ ਵਾਰਤਾ ਨੂੰ, ਘਟਨਾ ਨੂੰ ਭਗਤ ਜੀ ਨੇ ਇੱਕ ਸ਼ਬਦ ਵਿੱਚ ਬੰਨ੍ਹਿਆ। ਫਿਰ ਗੁਆਂਢੀ ਪੁੱਛਦੇ ਐ, ਬੀਬੀਆਂ ਪੁੱਛਦੀਆਂ, ਪਾੜ ਪੜੋਸ਼ਨ ਪੁੱਛ ਲੈ ਨਾਮਾ, ਕਾਪੈ ਛਾਣ ਛਵਾਈ ਹੋ, ਤੋ ਪੈ ਦੁੱਗਣੀ ਮਜੂਰੀ ਦੇਹੋ, ਮੋਕੋ ਬੇਢੀ ਦੇਹੋ ਬਤਾਈ ਹੋ। ਬੀਬੀਆਂ ਪੁੱਛਦੀਆਂ ਭਗਤ ਜੀ ਨੂੰ, ਇਹ ਮਿਸਤਰੀ ਕੌਣ ਸੀ, ਤਰਖਾਣ ਕੌਣ ਸੀ ਜਿਹੜਾ ਰਾਤੇ ਰਾਤ ਘਰ ਪਾ ਗਿਆ, ਸਾਨੂੰ ਵੀ ਦੱਸ ਦਿਓ, ਅਸੀਂ ਵੀ ਬਣਵਾਉਣਾ ਇਹੋ ਜਿਹਾ ਘਰ, ਮਜ਼ਦੂਰੀ ਵੀ ਦੁੱਗਣੀ ਦੇ ਦਿਆਂਗੇ। ਪੈਸੇ ਵਾਲਾ ਹੰਕਾਰ 'ਚ ਬੋਲਦਾ ਨਾ। ਪਰ ਭਗਤ ਜੀ ਕਹਿੰਦੇ ਇੱਥੇ ਪੈਸੇ ਦੀ ਗੱਲ ਨਹੀਂ, ਇੱਥੇ ਕੁਝ ਹੋਰ ਦੇਣਾ ਪੈਂਦਾ। ਉਹ ਪੈਸੇ ਨਹੀਂ ਲੈਂਦਾ। ਰੀ ਬਾਈ ਬੇਟੀ ਦੇ ਨਾ ਜਾਈ, ਪਹਿਲੀ ਗੱਲ ਤਾਂ ਮੈਂ ਤੈਨੂੰ ਉਹ ਤਰਖਾਣ ਦੱਸ ਹੀ ਨਹੀਂ ਸਕਦਾ ਗਾ। ਉਹਦਾ ਕੋਈ ਰੂਪ ਹੋਵੇ ਤਾਂ ਬਾਂਹ ਫੜ ਕੇ ਫੜਾ ਦਿਆਂ ਵੀ ਆਹ ਤਰਖਾਣ ਹੈ, ਕਿਵੇਂ ਦੱਸਾਂ। ਦੇਖ ਬੇਢੀ ਰਹਿਓ ਸਮਾਈ, ਤੂੰ ਆਪਣੀਆਂ ਅੱਖਾਂ ਨਾਲ ਦੇਖੋ ਬੇਢੀ, ਉਹ ਤਰਖਾਣ ਹਰ ਥਾਂ ਤੇ ਆ। ਨਾਲੇ ਬੇਢੀ ਆ ਤਾਂ ਪੈਸੇ ਨਹੀਂ ਮੰਗਦਾ, ਪੈਸੇ ਤਾਂ ਸਾਰੇ ਹੀ ਉਸ ਦੇ ਆ। ਬੇਢੀ ਪ੍ਰੀਤ ਮਨਜ਼ੂਰੀ ਮੰਗੈ, ਜੋ ਕਉ ਛਾਣ ਛਵਾਵੈ ਹੋ, ਲੋਕ ਕਡੰਬ ਸਭੂ ਤੇ ਤੋਰੈ, ਤੂੰ ਆਪਣ ਬੇਢੀ ਆਵੈ ਹੋ। ਮੈਂ ਉਹਦੇ ਬਾਰੇ ਕੱਥ ਨਹੀਂ ਸਕਦਾ, ਕਹਿ ਨਹੀਂ ਸਕਦਾ। ਵੇਖ ਵੇਖ ਕੇ ਨਾਮ ਜਪਣ ਵਾਲੇ ਖੁਸ਼ ਹੁੰਦੇ ਆ। ਨਾਨਕ ਭਗਤਾ ਸਦਾ ਵਿਗਾਸ, ਖੇੜੇ 'ਚ ਰਹਿੰਦੇ ਆ, ਖੁਸ਼ ਹੁੰਦੇ ਆ। ਉਸ ਅਵਸਥਾ ਦੇ ਮਾਲਕ ਸੱਚਖੰਡੀ ਜੀਵ ਸਰਗੁਣ ਸਰੂਪ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਭਾਵ ਹਰ ਥਾਂ 'ਤੇ ਉਹਨਾਂ ਨੂੰ ਪਰਮੇਸ਼ਰ ਦਿਖਾਈ ਦੇਣ ਲੱਗ ਜਾਂਦਾ। ਨਾਨਕ ਕਥਨਾ ਕਰੜਾ ਸਾਰ, ਨਾਨਕ ਜੀ ਕਹਿੰਦੇ ਗੁਰਮੁਖਾਂ ਦੀ ਅਵਸਥਾ ਰੂਪੀ ਪ੍ਰਾਪਤੀ ਵਾਲੀ, ਸੱਚਖੰਡ ਦੀ ਪ੍ਰਾਪਤੀ ਵਾਲਿਆਂ ਦੀ ਅਵਸਥਾ ਨੂੰ ਕਹਿਣਾ ਬਹੁਤ ਔਖਾ ਹੈ, ਜਿਵੇਂ ਲੋਹਾ ਚੱਬਣਾ ਔਖਾ ਹੈ। ਕਹੋ ਸਤਨਾਮ ਸ੍ਰੀ। ਸੋਨੇ ਨੂੰ ਘਾੜਨਾ ਥੋੜਾ ਸੌਖਾ ਹੈ, ਸੋਨਾ ਨਰਮ ਹੁੰਦਾ ਹੈ, ਪਰ ਲੋਹਾ ਜਿਹੜਾ ਹੈ ਉਹ ਸਾਰ ਉਹ ਲੋਹਾ ਹੈ ਜਿਹੜਾ 21 ਮਣ ਲੋਹੇ ਦਾ ਪੀਸ ਲੈ ਕੇ ਉਹਨੂੰ ਕੁੱਟ ਕੇ ਵਧਾ ਕੇ ਗਰਮ ਕਰਕੇ ਅਖੀਰ ਤੇ ਜਿਹੜਾ 5 ਸੇਰ ਲੋਹਾ ਬਣਦਾ ਹੈ, ਉਹਨੂੰ ਸਾਰ ਦਾ ਲੋਹਾ ਕਹਿੰਦੇ ਆ। ਉਹਦੀਆਂ ਤਲਵਾਰਾਂ, ਖੰਡੇ, ਸ਼ਸਤਰ ਬਣਦੇ ਹੈ। ਪੱਕਾ ਲੋਹਾ ਰਹਿ ਜਾਂਦਾ, ਬਾਕੀ ਜਿਹੜਾ ਪੁਰਾਣਾ ਸਮੇਂ ਦੀ ਰੀਤੀ ਦੇ ਨਾਲ ਲੋਹੇ ਵਿੱਚੋਂ ਮੈਲ ਸਿੱਕਰੀ ਬਣ ਨਿਕਲਦੀ ਰਹਿੰਦੀ ਹੈ ਤੇ ਅਖੀਰ ਤੇ ਬਚਿਆ ਲੋਹਾ ਸਾਰ ਬਣ ਜਾਂਦਾ ਹੈ, ਫੌਲਾਦ ਬਣ ਜਾਂਦਾ ਹੈ। ਐਸੇ ਸੰਤਾਂ ਭਗਤਾਂ ਦੀ ਮਹਿਮਾ ਕੌਣ ਕਰ ਸਕਦਾ ਹੈ। ਸਾਧ ਕੀ ਮਹਿਮਾ ਭੇਦ ਨ ਜਾਣੈ, ਜੇਤਾ ਸੁਣੈ ਤੇਤਾ ਬਖਿਆਣੈ। ਸਾਧ ਕੀ ਮਹਿਮਾ ਤਿਹੁ ਗੁਣ ਤੇ ਦੂਰ, ਸਾਧ ਕੀ ਮਹਿਮਾ ਰਹੀ ਭਰਪੂਰ।
तिन्हां गुणां तो परां दी गल है यह भाई, की दसीए तुहानूं असीं। खैर ये सी 37ਵੀਂ पौड़ी दी सचखंड दी गल। और सचखंड हर मनुख दे दिमाग विच भी परमेश्वर ने बनाया, घट घट सारियां दे हिरदे विच वसे है। घट घट मैं हरजू वसै संतन कहो पुकार। वो परिपूर्ण परमेश्वर परमात्मा तुहाडे अंदर दिमाग दे विच ही सचखंड बना के बैठा। लभ लो जी लभिया जांदा है, पर असीं तां बाहर तिन्ना गुणां नाल जुड़े होए आ। जिन्ना चिर आपदे अंदर नहीं जांदे उन्ना चिर ओहदी प्राप्ति नहीं हो सकदी। अगली पौड़ी 38ਵੀਂ ਜਿਹੜੀ है, ਇਹਦੀ विचार ਆਪਾਂ अगले दीवाना भी सरवण करांगे। ਮੋਲ ਦੀਆਂ अनेकां अखर बाद घाट हो जाते। संगतां ते सतगुरु बख्शण जोग है, बख्श लेना जी। नानक कथना करड़ा सार। इस तरह उस परिपूर्ण परमेश्वर परमात्मा की गल करिए आपां तां उहनूं कहना बड़ा औखा है। ਉਹਦੇ ਭਗਤਾਂ ਦੀ ਅਵਸਥਾ ਦੀ ਗੱਲ नहीं कोई कह सकता, दूजिਆਂ ਦੀ ਤਾਂ ਕਹਿਣਾ ਕਿਹਾ है। फिर सतगुरु अगली पौड़ी दे विच एक सुनियार दी दुकान दी उदाहरण दे के समझाउंदे हन। जत पहाड़ धीरज सुनियार अहरन मतभेद हथियार। इस पौड़ी दे विचार फिर करांगे। समा समाप्ति ते इत्थे रोकण दी आग्या बख्शो जी। मोल दी अनेकां अखर बाद घाट हो जांदे। सिख संगतां दे सतगुरु बख्शण योग है, बख्श लेना। समाप्ति करिए। मिलाओ फतेह पाओ फतेह। वाहिगुरु जी का खालसा वाहिगुरु जी की फतेह।